ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਲਾਇਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਧਰਤੀ ਨੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ, ਪੁਕਾਰ ਕੀਤੀ ਵੀ ਇੰਨਾ ਭਾਰ ਵੱਧ ਗਿਆ ਪਾਪਾਂ ਦਾ, ਵਹਿਮ ਭਰਮ ਬੁਰਾਈਆਂ ਇੰਨੀਆਂ ਵੱਧ ਗਈਆਂ ਨੇ ਵੀ ਇਹਨਾਂ ਦਾ ਜਿਹੜਾ ਭਾਰ ਹੈ ਚੁੱਕਣਾ ਔਖਾ ਹੋ ਗਿਆ ਹੈ। ਦੇਖੋ ਵੱਡੇ ਵੱਡੇ ਪਹਾੜ ਨੇ, ਦਰਖਤ ਨੇ, ਧਰਤੀ ਨੇ ਉਹਨਾਂ ਦਾ ਭਾਰ ਚੁੱਕਿਆ ਹੈ, ਪਰ ਉਹਨਾਂ ਦਾ ਭਾਰ ਧਰਤੀ ਨੂੰ ਨਹੀਂ ਲੱਗਦਾ। ਧਰਤੀ ਨੂੰ ਭਾਰੇ ਕੌਣ ਲੱਗਦੇ ਨੇ? ਬਚਨ ਆਉਂਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਜਿਹੜੇ ਮਨਮੁਖ ਨੇ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ ਹੈ, ਜੋ ਪਰਮਾਤਮਾ ਦੇ ਨਾਮ ਤੋਂ ਸਖਣੇ ਨੇ, ਵਾਂਝੇ ਨੇ, ਧਰਤੀ ਆਖਦੀ ਹੈ ਵੀ ਉਹ ਮੈਨੂੰ ਭਾਰੇ ਲੱਗਦੇ ਨੇ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਪੁਕਾਰ ਕੀਤੀ ਵੀ ਸੰਸਾਰ ਅੰਦਰ ਵਹਿਮ ਭਰਮ ਕਰਮ ਕਾਂਡ ਇੰਨੇ ਵੱਧ ਗਏ ਨੇ ਵੀ ਸੰਸਾਰ ਦੀ ਜਿਹੜੀ ਹਾਲਤ ਹੈ ਬਹੁਤ ਨਾਜ਼ੁਕ ਬਣ ਗਈ ਹੈ। ਹੁਣ ਕਿਸੇ ਰਹਿਬਰ ਨੂੰ ਸੰਸਾਰ ਤੇ ਭੇਜਣਾ ਕਰੋ। ਹਾਲਤ ਐਸੀ ਸੀ। ਬਚਨ ਆਉਂਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ, ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕੈ ਚੜਿਆ। ਹੋਂ ਭਾਲ ਵਿਕੁੰਨੀ ਹੋਈ ਆਂਧੇਰੇ ਰਹਾ ਨਾ ਕੋਈ। ਵੀ ਜਿਹੜੇ ਰਾਜੇ ਜਿਨ੍ਹਾਂ ਨੇ ਪ੍ਰਜਾ ਦੀ ਰੱਖਿਆ ਕਰਨੀ ਸੀ, ਉਹ ਕਹਿੰਦੇ ਕਸਾਈ ਬਣ ਚੁੱਕੇ ਸਨ। ਰੱਖਿਆ ਕਰਨਾ ਦੂਰ, ਉਹ ਤਾਂ ਪ੍ਰਜਾ ਦਾ ਖੂਨ ਚੂਸ ਰਹੇ ਸਨ। ਜੋ ਧਰਮ ਕਰਮ ਸਨ ਉਹ ਵੀ ਕਰਮ ਕਾਂਡ ਬਣ ਕੇ ਰਹਿ ਗਏ ਸਨ। ਲੋਕ ਕਰਮ ਕਾਂਡਾਂ ਵਿੱਚ, ਵਹਿਮਾਂ ਭਰਮਾਂ ਵਿੱਚ ਉਲਝ ਕੇ ਰਹਿ ਚੁੱਕੇ ਸਨ। ਫਿਰ ਜਦੋਂ ਧਰਤੀ ਨੇ ਪੁਕਾਰ ਕੀਤੀ, ਸੁਣੀ ਪੁਕਾਰ ਦਾਤਾਰ ਪ੍ਰਭ, ਪਰਿਪੂਰਨ ਪਰਮਾਤਮਾ ਨੇ ਪੁਕਾਰ ਨੂੰ ਸੁਣਿਆ। ਗੁਰੂ ਨਾਨਕ ਜਗ ਮਾਹੇ ਪਠਾਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਸਾਰ ਤੇ ਭੇਜਣਾ ਕੀਤਾ। ਜਿਨ੍ਹਾਂ ਬਾਬਤ ਆਪਾਂ ਬਚਨ ਪੜ੍ਹਦੇ ਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਪਰਮਾਤਮਾ ਦੇ ਪਠਾਏ ਭੇਜੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਆਏ। ਰਾਏ ਭੋਜ ਦੀ ਤਲਵੰਡੀ, ਜੋ ਅੱਜ ਆਪਾਂ ਨਨਕਾਣਾ ਸਾਹਿਬ ਆਖਦੇ ਹਾਂ, ਪਾਕਿਸਤਾਨ ਵਿਖੇ ਅਪ੍ਰੈਲ ਮਹੀਨੇ ਵਿੱਚ ਅੰਮ੍ਰਿਤ ਵੇਲੇ 1469 ਨੂੰ ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ ਦੇ ਘਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। ਦੇਖੋ ਦੁਨੀਆ ਤੇ ਬਹੁਤ ਰਹਿਬਰ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ, ਪਰ ਕਿਸੇ ਨੂੰ ਸਾਂਝਾ ਰਹਿਬਰ ਹੋਣ ਦਾ ਮਾਣ ਪ੍ਰਾਪਤ ਨਹੀਂ। ਕੇਵਲ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਹੀ ਦੁਨੀਆ ਦੇ ਐਸੇ ਪਹਿਲੇ ਰਹਿਬਰ ਨੇ ਜਿਨ੍ਹਾਂ ਨੂੰ ਸਾਂਝਾ ਰਹਿਬਰ ਸੰਸਾਰ ਨੇ ਮੰਨਿਆ। ਜਾਹਰ ਪੀਰ ਜਗਤ ਗੁਰ ਬਾਬਾ, ਸਾਂਝਾ ਰਹਿਬਰ ਉਹਨਾਂ ਨੂੰ ਕਬੂਲ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ 5 ਸਾਲ ਵੱਡੀ ਉਹਨਾਂ ਦੀ ਭੈਣ ਬੇਬੇ ਨਾਨਕੀ, ਨਾਨਕੇ ਘਰ ਜਨਮ ਹੋਣ ਦੇ ਕਾਰਨ ਪਿਆਰ ਦੇ ਨਾਲ ਨਾਮ ਰੱਖਿਆ ਨਾਨਕੀ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। ਉਹ ਭਾਗਾਂ ਵਾਲੀ ਦਾਈ ਜਿਹਦਾ ਇਤਿਹਾਸ ਵਿੱਚ ਨਾਮ ਦੌਲਤਾਂ ਦਾਈ ਹੈ। ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਆਂਦਿਆਂ ਜਾਂਦਿਆਂ ਲੰਘਦੀ ਮਹਿਤਾ ਕਾਲੂ ਜੀ ਨੂੰ ਆਖ ਕੇ ਲੰਘਦੀ ਵੀ ਤੇਰੇ ਘਰ ਜਦੋਂ ਪਰਮਾਤਮਾ ਨੇ ਕੋਈ ਖੁਸ਼ੀ ਬਖਸ਼ੀ ਪੁੱਤਰ ਹੋਇਆ, ਮੈਂ ਤੇਰੇ ਕੋਲ ਮੰਗ ਕੇ ਦਾਤਾਂ ਲੈਣੀਆਂ ਨੇ, ਰੱਜ ਕੇ ਤੇਰੇ ਘਰੋਂ ਨਿਕਲਣਾ ਹੈ। ਤੇ ਮਹਿਤਾ ਕਾਲੂ ਜੀ ਨੇ ਆਖ ਦੇਣਾ ਵੀ ਜਿਸ ਦਿਨ ਉਹ ਦਿਨ ਆਵੇਗਾ ਪਰਮਾਤਮਾ ਕਿਰਪਾ ਕਰੇਗਾ, ਮੈਂ ਜੋ ਤੂੰ ਮੰਗੇਂਗੀ ਮੈਂ ਤੇਰੀ ਝੋਲੀ ਵਿੱਚ ਪਾਵਾਂਗਾ, ਤੈਨੂੰ ਨਿਰਾਸ਼ ਨਹੀਂ ਕਰਾਂਗਾ। ਆਖਰ ਕਹਿੰਦੇ ਉਹ ਦਿਨ ਆਇਆ। ਅੰਮ੍ਰਿਤ ਵੇਲੇ 1469 ਈਸਵੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਦੌਲਤਾਂ ਦਾ ਹੀ ਕਹਿ ਸਕਦੇ ਹਾਂ ਦੁਨੀਆ ਦੀ ਪਹਿਲੀ ਗੁਰਸਿੱਖ ਇਸਤਰੀ ਹੈ ਜਿਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਭ ਤੋਂ ਪਹਿਲਾਂ ਦੀਦਾਰ ਕੀਤਾ।
ਆ ਕੇ, ਜੋ ਪਹਿਲਾਂ ਬਾਰ-ਬਾਰ ਇਹ ਆਖ ਕੇ ਲੰਘਦੀ ਸੀ ਵੀ ਮੈਂ ਮੂੰਹ ਮੰਗੀਆਂ ਦਾਤਾਂ ਤੁਹਾਡੇ ਕੋਲੋਂ ਲੈਣੀਆਂ ਨੇ, ਅੱਜ ਬਾਹਰ ਆ ਕੇ ਮਹਿਤਾ ਕਾਲੂ ਜੀ ਨੂੰ ਖਬਰ ਦਿੰਦੀ ਹੈ, ਪਰਮਾਤਮਾ ਨੇ ਕਿਰਪਾ ਕੀਤੀ ਤੁਹਾਡੇ ਘਰ ਪੁੱਤਰ ਹੋਇਆ ਹੈ। ਤੇ ਮਹਿਤਾ ਕਾਲੂ ਜੀ ਆਖਦੇ ਨੇ, ਹੁਣ ਤੂੰ ਮੰਗ, ਤੈਨੂੰ ਚਾਹੀਦਾ ਕੀ ਹੈ? ਵੀ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ, ਤੂੰ ਜੋ ਮੰਗੇਗੀ ਮੈਂ ਤੈਨੂੰ ਦੇਵਾਂਗਾ, ਤੂੰ ਮੰਗਣਾ ਕਰ। ਪਰ ਦੌਲਤਾਂ ਦਾਈ ਜੋ ਜਿਹਦੇ ਹੱਥਾਂ ਵਿੱਚ ਸੈਂਕੜੇ ਬੱਚਿਆਂ ਨੇ, ਬਾਲਕਾਂ ਨੇ ਜਨਮ ਲਿਆ ਸੀ, ਜੋ ਘਰ ਘਰ ਮੰਗਦੇ ਸੀ, ਪਰ ਅੱਜ ਉਹਦੇ ਹੱਥ ਜੁੜ ਗਏ, ਤ੍ਰਿਪਤੀ ਹੋ ਗਈ, ਪੂਰਨ ਤੌਰ ਤੇ ਰੱਜ ਆ ਗਿਆ, ਸੰਤੋਖ ਪੈਦਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਅੱਜ ਕਹਿੰਦੀ ਹੈ ਮੈਨੂੰ ਕੁਝ ਨਹੀਂ ਚਾਹੀਦਾ। ਇਸ ਬਾਲਕ ਦਾ ਦਰਸ਼ਨ ਦੀਦਾਰਾ ਕਰਕੇ ਮੇਰੇ ਤਾਂ ਜਨਮਾਂ ਜਨਮਾਂ ਦੀ ਭੁੱਖ ਮਿਟ ਗਈ ਹੈ, ਮੈਨੂੰ ਰੱਜ ਆ ਗਿਆ ਹੈ। ਅੱਜ ਮੇਰਾ ਦਿਲ ਕਰਦਾ ਹੈ ਇਸ ਬਾਲਕ ਤੋਂ ਜੋ ਕੁਝ ਵੀ ਮੇਰੇ ਕੋਲ ਹੈ ਉਹ ਮੈਂ ਕੁਰਬਾਨ ਕਰ ਦਿਆਂ। ਅੱਜ ਮੇਰੇ ਕੋਲ ਜੋ ਕੁਝ ਵੀ ਹੈ ਮੈਂ ਇਹਦੇ ਤੋਂ ਕੁਰਬਾਨ ਕਰਦਾ, ਕਿਉਂਕਿ ਇਹਨਾਂ ਹੱਥਾਂ ਵਿੱਚ ਸੈਂਕੜੇ ਬੱਚਿਆਂ ਨੇ ਰੋਂਦਿਆਂ ਹੋਇਆਂ ਜਨਮ ਲਿਆ ਹੈ, ਪਰ ਇਹ ਪਹਿਲਾ ਭਾਗਾਂ ਵਾਲਾ ਬੱਚਾ ਹੈ ਜਿਹੜਾ ਹੱਸਦਾ ਮੁਸਕਰਾਉਂਦਾ ਸੰਸਾਰ ਤੇ ਆਇਆ ਹੈ। ਮੈਨੂੰ ਸਮਝ ਲੱਗ ਗਈ ਹੈ ਇਹ ਰੋਂਦਿਆਂ ਹੋਇਆਂ ਦੀ ਝੋਲੀ ਵਿੱਚ ਹਾਸੇ ਪਾਉਣ ਵਾਸਤੇ ਆਇਆ ਹੈ, ਇਹ ਤਪਦੀ ਹੋਈ ਲੋਕਾਈ ਨੂੰ ਠੰਡ ਪਾਉਣ ਵਾਸਤੇ ਆਇਆ ਹੈ। ਇਹ ਲੋਕਾਂ ਨੂੰ ਜੋ ਵਹਿਮਾਂ ਭਰਮਾਂ ਵਿੱਚ ਖਚਤ ਨੇ ਉਹਨਾਂ ਨੂੰ ਮੁਕਤ ਕਰਕੇ ਪਰਮਾਤਮਾ ਦੇ ਦੱਸੇ ਹੋਏ ਮਾਰਗ ਤੇ ਪਾਉਣ ਵਾਸਤੇ ਆਇਆ ਹੈ। ਮੈਨੂੰ ਕੁਝ ਨਹੀਂ ਚਾਹੀਦਾ, ਮੇਰੀ ਤ੍ਰਿਪਤੀ ਹੋ ਗਈ ਹੈ, ਮੈਨੂੰ ਰੱਜ ਆ ਗਿਆ ਹੈ। ਪਰ ਮਹਿਤਾ ਕਾਲੂ ਜੀ ਆਖਦੇ ਨਹੀਂ ਕੁਝ ਤਾਂ ਲੈ, ਪਰ ਦੌਲਤਾਂ ਦਾਈ ਆਖਦੀ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਸਭ ਕੁਝ ਮਿਲ ਗਿਆ ਹੈ। ਮੇਰਾ ਨਾਂ ਦੌਲਤਾਂ ਦਾਈ ਸੀ, ਪਰ ਅੱਜ ਮੈਂ ਸੱਚਮੁੱਚ ਦੌਲਤ ਵਾਲੀ ਬਣ ਗਈ ਹਾਂ। ਅੱਜ ਮੈਨੂੰ ਉਹ ਰੂਹਾਨੀ ਦੌਲਤ ਮਿਲੀ ਹੈ ਜੋ ਮੇਰੇ ਕੋਲ ਕੋਈ ਵੰਡਵਾ ਨਹੀਂ ਸਕਦਾ, ਕੋਈ ਖੋ ਨਹੀਂ ਸਕਦਾ। ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਦੌਲਤਾਂ ਦਾਈ ਦੇ ਜੀਵਨ ਵਿੱਚ ਇਨਕਲਾਬ ਆ ਗਿਆ, ਤਬਦੀਲੀ ਆ ਗਈ। ਤੇ ਉਹ ਭਾਗਾਂ ਵਾਲੀ ਸੀ, ਉਹਦੀ ਵੀ ਬਹੁਤ ਵੱਡੀ ਬੰਦਗੀ ਤਪੱਸਿਆ ਹੋਵੇਗੀ ਜਿਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਭ ਤੋਂ ਪਹਿਲਾਂ ਦੀਦਾਰ ਕੀਤਾ। ਹੁਣ ਭੈਣ ਨਾਨਕੀ 5 ਸਾਲ ਵੱਡੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ। ਹੁਣ ਉਂਗਲੀ ਫੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤੁਰਨਾ ਸਿਖਾਉਂਦੇ ਨੇ। ਦੇਖੋ ਬੇਬੇ ਨਾਨਕੀ ਦੀ ਕਮਾਈ ਘੱਟ ਨਹੀਂ ਹੋਵੇਗੀ, ਉਹਨਾਂ ਦਾ ਵੀ ਕਿੰਨੇ ਜਨਮਾਂ ਦਾ ਜਪ ਤਪ ਹੋਵੇਗਾ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਭੈਣ ਹੋਣ ਦਾ ਮਾਣ ਪ੍ਰਾਪਤ ਹੈ। ਉਹ ਗੁਰੂ ਨਾਨਕ ਪਾਤਸ਼ਾਹ ਜੋ ਸਮੁੱਚੇ ਸੰਸਾਰ ਨੂੰ ਉਂਗਲੀ ਫੜ ਕੇ ਸਿੱਧੇ ਰਸਤੇ ਤੇ ਤੋਰਨ ਵਾਲੇ ਸਨ, ਉਹਨਾਂ ਨੂੰ ਭੈਣ ਨਾਨਕੀ ਉਂਗਲੀ ਫੜ ਕੇ ਤੁਰਨਾ ਸਿਖਾਉਂਦੀ ਹੈ। ਤੇ ਦੂਜੀ ਉਹ ਮਹਾਨ ਗੁਰਸਿੱਖ ਭੈਣ ਬੇਬੇ ਨਾਨਕੀ ਜਿਹਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਕਰਕੇ ਉਹਨਾਂ ਦਾ ਦੀਦਾਰ ਕੀਤਾ, ਗੁਰੂ ਕਰਕੇ ਉਹਨਾਂ ਨੂੰ ਮੰਨਿਆ, ਸਤਿਕਾਰਿਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋ ਗਿਆ। ਸੰਸਾਰ ਦੀ ਜਿਹੜੀ ਹਾਲਤ ਸੀ ਬਹੁਤ ਮਾੜੀ ਬਣੀ ਹੋਈ ਸੀ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। ਬਚਨ ਆਉਂਦਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਹਾ। ਦੇਖੋ ਹਨੇਰਾ ਦੋ ਤਰ੍ਹਾਂ ਦਾ ਹੈ, ਇੱਕ ਕਾਲਾ ਹਨੇਰਾ ਤੇ ਇੱਕ ਸਫੈਦ। ਜੋ ਰਾਤ ਦਾ ਹਨੇਰਾ ਹੈ, ਦੀਵਾ ਜਗਾ ਕੇ ਬਲਬ ਜਗਾ ਕੇ ਇਸ ਨੂੰ ਦੂਰ ਕਰ ਸਕਦੇ ਹਾਂ, ਪਰ ਜੋ ਧੁੰਦ ਹੈ, ਜੋ ਦਿਨ ਦਾ ਹਨੇਰਾ ਹੈ, ਜਦੋਂ ਸਰਦੀਆਂ ਵਿੱਚ ਧੁੰਦ ਪੈਂਦੀ ਹੈ, ਇਹ ਧੁੰਦ ਦਾ ਹਨੇਰਾ ਐਸਾ ਹੈ ਜੋ ਇੱਥੇ ਬਚਨ ਕੀਤਾ, ਮਿੱਟੀ ਧੁੰਦ ਜਗ ਚਾਨਣ ਹੋਆ। ਇਸ ਹਨੇਰੇ ਨੂੰ ਸੂਰਜ ਵੀ ਨਹੀਂ ਮੇਟ ਸਕਦਾ, ਪਰ ਗੁਰੂ ਨਾਨਕ ਪਾਤਸ਼ਾਹ ਜੀ ਉਹ ਮਹਾਨ ਸੂਰਜਾਂ ਦੇ ਸੂਰਜ ਸਨ, ਜਿਨ੍ਹਾਂ ਨੇ ਆਉਂਦੇ ਸੰਸਾਰ ਤੋਂ ਜੋ ਲੋਕਾਂ ਦੇ ਮਨਾਂ ਤੇ ਵਹਿਮਾਂ ਭਰਮਾਂ ਕੁਰੀਤੀਆਂ ਦਾ ਹਨੇਰਾ ਧੁੰਦ ਛਾਈ ਸੀ, ਉਹਨੂੰ ਦੂਰ ਕਰਕੇ ਚਾਨਣ ਬਖਸ਼ਿਆ।
ਸੱਚ ਦਾ ਗਿਆਨ ਬਖਸ਼ਿਆ, ਪਰਮਾਤਮਾ ਦੇ ਨਾਲ ਜੋੜਿਆ। ਉਹਨਾਂ ਨੇ ਆ ਕੇ ਜਦੋਂ ਸੱਚ ਦੀ ਆਵਾਜ਼ ਬੁਲੰਦ ਕੀਤੀ, ਉਹ ਜਦੋਂ ਦਹਾੜੇ, ਕਹਿੰਦੇ ਜੋ ਵਹਿਮ ਭਰਮ ਪਾਪ ਸਨ, ਉਹ ਤਾਂ ਕਹਿੰਦੇ ਇਸ ਤਰ੍ਹਾਂ ਦੌੜੇ ਜਿਵੇਂ ਸਿੰਘ ਜਦੋਂ ਗਰਜਦਾ ਹੈ ਤੇ ਹਿਰਨਾਂ ਦੀਆਂ ਜਿਹੜੀਆਂ ਡਾਰਾਂ ਨੇ ਉਹ ਫਿਰ ਜਿੱਧਰ ਮੂੰਹ ਹੁੰਦਾ ਉਧਰ ਨੂੰ ਦੌੜ ਪੈਂਦੀਆਂ ਨੇ। ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਤਰੋਵਾ। ਸ਼ੇਰ ਦੀ ਗਰਜਨਾ ਹਿਰਨਾਂ ਦੀਆਂ ਡਾਰਾਂ ਨੂੰ ਭੱਜਣ ਤੇ ਮਜਬੂਰ ਕਰ ਦਿੰਦੀਆਂ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਸੱਚ ਦੇ ਨਾਲ ਜੋੜਨਾ ਕੀਤਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ। ਰਾਏ ਭੋਜ ਦੀ ਤਲਵੰਡੀ ਹੈ, ਰਾਏ ਬੁਲਾਰ ਪਿੰਡ ਦਾ ਚੌਧਰੀ ਹੈ। ਘਰ ਵਿੱਚ ਬਹੁਤ ਪਰਮਾਤਮਾ ਦੀਆਂ ਰਹਿਮਤਾਂ ਨੇ, ਕਿਉਂਕਿ ਪਿਤਾ ਪਟਵਾਰੀ ਨੇ। ਤੇ ਉਹਨਾਂ ਦੀ ਜਿਹੜੀ ਮਿੱਤਰਤਾ ਹੈ, ਜੋ ਪਿੰਡ ਦਾ ਚੌਧਰੀ ਹੈ, ਪਿੰਡ ਦਾ ਮਾਲਕ ਹੈ ਰਾਏ ਬੁਲਾਰ, ਉਹਦੇ ਨਾਲ ਹੈ। ਉਹਦੇ ਨਾਲ ਬਹੁਤ ਨਜ਼ਦੀਕੀ ਰਿਸ਼ਤੇ ਨੇ, ਪਿਆਰ ਹੈ। ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ। ਉਹ ਰਾਏ ਬੁਲਾਰ, ਉਹਨੇ ਵੀ ਦੌਲਤਾਂ ਦਾਈ ਤੋਂ ਸੁਣਿਆ, ਕਿਉਂਕਿ ਦੌਲਤਾਂ ਦਾਈ ਨੇ ਜੋ ਦਰਸ਼ਨ ਦੀਦਾਰੇ ਕੀਤੇ, ਉਹਦੀ ਸੁੱਧ ਬੁੱਧ ਵਿਸਰ ਗਈ। ਉਹਨੂੰ ਪਰਮਾਤਮਾ ਦਾ ਰੂਪ ਨਜ਼ਰ ਆਏ ਗੁਰੂ ਨਾਨਕ ਪਾਤਸ਼ਾਹ। ਉਹਨੇ ਜਿੱਥੇ ਵੀ ਜਾਣਾ ਜਾ ਕੇ ਆਖਣਾ ਵੀ ਮਹਿਤਾ ਕਾਲੂ ਦੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਹੈ ਉਹ ਖੁਦਾ ਦਾ ਨੂਰ ਹੈ, ਉਹ ਪਰਮਾਤਮਾ ਦਾ ਰੂਪ ਹੈ। ਆਪ ਪਰਮਾਤਮਾ ਸੰਸਾਰ ਤੇ ਪ੍ਰਗਟ ਹੋਇਆ ਹੈ। ਜਿਹਦਾ ਦਰਸ਼ਨ ਕੀਤੇ ਮਨ ਸ਼ਾਂਤ ਹੋ ਜਾਂਦਾ ਹੈ। ਜਿਹਦਾ ਦਰਸ਼ਨ ਕੀਤਿਆਂ ਜਨਮਾਂ ਜਨਮਾਂ ਦੀ ਭੁੱਖ ਮਿਟ ਜਾਂਦੀ ਹੈ, ਤ੍ਰਿਪਤੀ ਮਨ ਅੰਦਰ ਪੈਦਾ ਹੋ ਜਾਂਦੀ ਹੈ। ਰਾਏ ਬੁਲਾਰ ਨੇ ਵੀ ਦਰਸ਼ਨ ਕੀਤੇ। ਉਹ ਵੀ ਕਹਿ ਸਕਦੇ ਮਹਾਨ ਗੁਰਸਿੱਖ ਜਿਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਖੁਦਾ ਦਾ ਨੂਰ ਜਾਣ ਕੇ ਮੰਨਿਆ, ਸਤਕਾਰਿਆ। ਉਹ ਅਕਸਰ ਮਹਿਤਾ ਕਾਲੂ ਜੀ ਨੂੰ ਆਖਿਆ ਕਰਦੇ ਸਨ, ਇਸ ਬੱਚੇ ਦੀ ਜਿਹੜੀ ਪਾਲਣਾ ਹੈ ਬਹੁਤ ਚੰਗੀ ਤਰ੍ਹਾਂ ਕਰਨੀ ਹੈ, ਇਹਨੂੰ ਕੁਝ ਨਾ ਆਖਿਆ ਕਰੋ, ਇਹ ਖੁਦਾ ਦਾ ਨੂਰ ਹੈ, ਇਹ ਸੰਸਾਰ ਨੂੰ ਤਾਰਨ ਵਾਸਤੇ ਆਇਆ ਹੈ। ਕੱਲ ਤਾਰਨ ਗੁਰੂ ਨਾਨਕ ਆਇਆ, ਇਹ ਤਾਂ ਸੰਸਾਰ ਨੂੰ ਤਾਰਨ ਵਾਸਤੇ ਸੰਸਾਰ ਤੇ ਆਏ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖੋ ਸਕੂਲ ਭੇਜਿਆ ਜਾਂਦਾ ਪੜ੍ਹਨ ਵਾਸਤੇ। ਇੱਥੇ ਗੱਲ ਹੋਰ ਆਪ ਜੀ ਨਾਲ ਸਾਂਝੀ ਕਰ ਦੇਵਾਂ ਵੀ ਮਾਤਾ ਪਿਤਾ ਦੀ ਵੀ ਕਮਾਈ ਘੱਟ ਨਹੀਂ ਹੋਵੇਗੀ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਪਿਤਾ ਹੋਣ ਦਾ ਮਾਣ ਪ੍ਰਾਪਤ ਹੈ। ਬਚਨ ਆਉਂਦਾ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਈ। ਮਾਤਾ ਤ੍ਰਿਪਤਾ ਵੀ ਧੰਨ ਹੈ, ਸਤਿਕਾਰਯੋਗ ਹਨ ਮਾਤਾ ਤ੍ਰਿਪਤਾ ਜੀ। ਉਹਨਾਂ ਦਾ ਜਪ ਤਪ ਕਿੰਨਾ ਹੋਵੇਗਾ, ਕਿੰਨੀ ਉਹਨਾਂ ਨੇ ਭਜਨ ਬੰਦਗੀ ਕੀਤੀ ਹੋਵੇਗੀ, ਜਿਨ੍ਹਾਂ ਦੀ ਕੁੱਖ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਲਿਆ। ਦੇਖੋ ਉਹਨਾਂ ਦਾ ਨਾਂ ਲੈਂਦਿਆਂ ਹੀ ਮਾਤਾ ਤ੍ਰਿਪਤਾ ਜੀ ਦਾ ਸਾਡਾ ਸਿਰ ਸਤਿਕਾਰ ਵਜੋਂ ਝੁਕ ਜਾਂਦਾ ਹੈ। ਉਹਨਾਂ ਦੋਨਾਂ ਦੀ ਕਿੰਨੀ ਕਮਾਈ ਹੋਵੇਗੀ, ਕਿੰਨਾ ਜਪ ਤਪ ਹੋਵੇਗਾ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਪਿਤਾ ਦਾ ਮਾਤਾ ਪਿਤਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ ਪੰਡਿਤ ਹਰਦਿਆਲ ਕੋਲ, ਮੌਲਵੀ ਕਾਜੀ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ। ਪਿਤਾ ਚਾਹੁੰਦੇ ਨੇ ਵੀ ਹਿੰਦੀ, ਸੰਸਕ੍ਰਿਤ, ਪੰਜਾਬੀ ਭਾਸ਼ਾ ਸਿੱਖਣ, ਕਿਉਂਕਿ ਹਰੇਕ ਪਿਤਾ ਚਾਹੁੰਦਾ ਵੀ ਜਿੰਨੀ ਪੜ੍ਹਾਈ ਮੈਂ ਕੀਤੀ ਹੈ ਮੇਰਾ ਬੱਚਾ ਉਹਦੇ ਨਾਲ ਵੱਧ ਕੇ ਪੜ੍ਹੇ। ਪਰ ਇਹ ਨਹੀਂ ਪਤਾ ਵੀ ਇਹ ਤਾਂ ਦੁਨੀਆ ਨੂੰ ਪੜ੍ਹਾਉਣ ਵਾਸਤੇ ਆਏ ਨੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ। ਜਾ ਕੇ ਜਦੋਂ ਆਪਣੇ ਉਸਤਾਦਾਂ ਨੂੰ ਐਸੇ ਸਵਾਲ ਪੁੱਛਦੇ ਨੇ ਰੂਹਾਨੀਅਤ ਦੇ, ਉਹਨਾਂ ਕੋਲੇ ਕੋਈ ਜਵਾਬ ਨਾ ਹੁੰਦਾ। ਆਖਰ ਸਾਰਿਆਂ ਨੇ ਹੱਥ ਜੋੜ ਦਿੱਤੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹਾਈ ਦੀ ਲੋੜ ਨਹੀਂ, ਇਹ ਤਾਂ ਪਹਿਲਾਂ ਹੀ ਪੜ੍ਹੇ ਹੋਏ ਨੇ, ਇਹ ਤਾਂ ਪੜ੍ਹਾਉਣ ਵਾਸਤੇ ਸੰਸਾਰ ਤੇ ਆਏ ਨੇ। ਪਿਤਾ ਦੀ ਚਿੰਤਾ ਵੱਧ ਗਈ ਵੀ ਪੜ੍ਹਾਈ ਨਹੀਂ ਕੀਤੀ, ਕਿਉਂਕਿ ਉਹ ਆਮ ਬੱਚਾ ਸਮਝਦੇ ਸਨ ਵੀ ਪੜ੍ਹਾਈ ਨਹੀਂ ਕੀਤੀ ਤੇ ਕਰੇਗਾ ਕੀ ਗੁਰੂ ਨਾਨਕ। ਆਖਰ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਹੋਏ। ਹੁਣ ਸਲਾਹ ਮਸ਼ਵਰਾ ਕਰਕੇ ਇਹ ਕੰਮ ਸੌਂਪਿਆ ਕਿ ਵੀ ਇਹਨਾਂ ਨੂੰ ਕੁਝ ਮੱਝਾਂ ਲੈ ਦਿੰਦੇ ਆ, ਮੱਝਾਂ ਚਾਰ ਲਿਆ ਕਰਨਗੇ, ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਨਿਰਵਾਹ ਜੀਵਨ ਲੰਘ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮੱਝਾਂ ਚਰਾਉਣ ਵਾਸਤੇ ਹਾਮੀ ਭਰ ਦਿੱਤੀ
ਕਿਉਂਕਿ ਇਹ ਕੰਮ ਉਹਨਾਂ ਦੇ ਮਨ ਦੇ ਮੁਤਾਬਕ ਸੀ ਵੀ ਜੰਗਲ ਵਿੱਚ ਜਾਣਾ, ਇਕਾਂਤ ਵਿੱਚ ਬੈਠਣਾ, ਪਰਮਾਤਮਾ ਦੀ ਭਜਨ ਬੰਦਗੀ ਇਬਾਦਤ ਕਰਨੀ। ਪਰ ਸਾਧ ਸੰਗਤ ਜੀ, ਇਹ ਕੰਮ ਵੀ ਜ਼ਿਆਦਾ ਚਿਰ ਨਾ ਚੱਲਿਆ। ਹੁਣ ਪਿਤਾ ਦੀ ਹੋਰ ਚਿੰਤਾ ਵੱਧ ਗਈ ਵੀ ਗੁਰੂ ਨਾਨਕ ਕਿਸੇ ਪਾਸੇ ਵੀ ਕਾਮਯਾਬ ਨਹੀਂ। ਹੁਣ ਕੀਤਾ ਕੀ ਜਾਏ। ਆਖਰ ਸਲਾਹ ਮਸ਼ਵਰਾ ਕਰਕੇ ਵਪਾਰ ਵਿੱਚ ਪਾਉਣਾ ਚਾਹਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸ ਵਕਤ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਵੀ ਕੁਝ ਐਸਾ ਸੌਦਾ ਖਰੀਦ ਕੇ ਲਿਆਓ, ਐਸਾ ਸੌਦਾ ਕਰੋ ਜਿਹਦੇ ਚ ਲਾਭ ਹੀ ਲਾਭ ਹੋਵੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਨੂੰ ਵੇਖਿਆ ਤੇ ਉਹਨਾਂ ਕੋਲੋਂ ਉਹਨਾਂ ਦਾ ਦੁੱਖ ਨਾ ਸਹਾਰਿਆ ਗਿਆ। ਪੁੱਛੇ ਵੀ ਤੁਹਾਡੀ ਕਿਸ ਤਰ੍ਹਾਂ ਮਦਦ ਕੀਤੀ ਜਾਏ। ਉਹਨਾਂ ਨੇ ਆਖਿਆ ਸਾਨੂੰ ਪੈਸੇ ਨਹੀਂ ਚਾਹੀਦੇ, ਅਸੀਂ ਕਈ ਦਿਨ ਦੇ ਭੁੱਖਿਆਂ, ਸਾਨੂੰ ਭੋਜਨ ਛਕਾਓ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ 20 ਰੁਪਏ ਦਾ ਭੋਜਨ ਛਕਾ ਦਿੱਤਾ। ਸਾਧ ਸੰਗਤ ਜੀ, ਜੋ ਅੱਜ ਗੁਰੂ ਘਰਾਂ ਵਿੱਚ ਲੰਗਰ ਚੱਲਦੇ ਨੇ ਬਿਨਾਂ ਵਿਤਕਰੇ ਤੋਂ, ਇਹ ਲੰਗਰ ਨੂੰ ਜਨਮ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਉਸ ਵਕਤ 20 ਰੁਪਏ ਦਾ ਲੰਗਰ ਲਾਇਆ। ਅੱਜ ਆਪਾਂ ਵੇਖ ਸਕਦੇ ਹਾਂ ਥਾਂ ਥਾਂ ਗੁਰੂ ਘਰਾਂ ਵਿੱਚ ਲੰਗਰ ਅਟੁੱਟ ਵਰਤਦੇ ਨੇ, ਬਿਨਾਂ ਭੇਦ ਭਾਵ, ਬਿਨਾਂ ਵਿਤਕਰੇ ਤੋਂ। ਕੋਈ ਵੀ ਗੁਰੂ ਘਰ ਜਿੱਥੇ ਆ ਸਕਦਾ ਹੈ, ਬਾਣੀ ਸੁਣ ਸਕਦਾ ਹੈ, ਬਾਣੀ ਪੜ੍ਹ ਸਕਦਾ ਹੈ, ਉੱਥੇ ਲੰਗਰ ਛਕ ਸਕਦਾ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਵਾਜ਼ ਬੁਲੰਦ ਕੀਤੀ ਸੀ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ। ਕੋਈ ਵੀ ਲੰਗਰ ਛਕ ਸਕਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ 20 ਰੁਪਏ ਦਾ ਲੰਗਰ ਲਾਇਆ, ਦੇਖੋ, ਜੋ ਅੱਜ ਤੱਕ ਨਿਰੰਤਰ ਚੱਲਦਾ ਆ ਰਿਹਾ ਹੈ। ਜਦੋਂ ਪਿਤਾ ਨੂੰ ਪਤਾ ਲੱਗਾ, ਮੈਂ ਜ਼ਿਆਦਾ ਵਿਸਤਾਰ ਵਿੱਚ ਨਾ ਜਾਵਾਂ, ਵੀ ਗੁਰੂ ਨਾਨਕ ਪਾਤਸ਼ਾਹ ਵਪਾਰ ਵਿੱਚ ਵੀ ਫੇਲ ਹੋ ਗਏ ਨੇ, ਕਿਉਂਕਿ ਪਿਤਾ ਚਾਹੁੰਦਾ ਸੀ ਵੀ 20 ਰੁਪਏ ਵਿੱਚ ਕੋਈ ਮੁਨਾਫਾ ਖੱਟ ਕੇ ਘਰ ਆਉਣ, ਪਰ ਗੁਰੂ ਨਾਨਕ ਪਾਤਸ਼ਾਹ ਜੀ ਸਾਰੇ ਪੈਸਿਆਂ ਦਾ ਲੰਗਰ ਲਾ ਦਿੱਤਾ। ਕਹਿ ਦਿੱਤਾ, ਪਿਤਾ ਜੀ, ਇਹਦੇ ਤੋਂ ਵੱਧ ਕੇ ਹੋਰ ਸੱਚਾ ਖਰਾ ਸੌਦਾ ਕੀ ਹੋ ਸਕਦਾ ਹੈ। ਜੋ ਕਈ ਦਿਨ ਦੇ ਭੁੱਖੇ ਸਨ, ਉਹਨਾਂ ਨੂੰ ਖਾਣ ਵਾਸਤੇ ਭੋਜਨ ਮਿਲ ਗਿਆ, ਉਹਨਾਂ ਕੋਲ ਵਸਤਰ ਨਹੀਂ ਸਨ, ਉਹਨਾਂ ਨੂੰ ਵਸਤਰ ਦੇ ਦਿੱਤੇ। ਇਹਦੇ ਤੋਂ ਵੱਧ ਕੇ ਹੋਰ ਖਰਾ ਸੱਚਾ ਸੌਦਾ ਕੀ ਹੋ ਸਕਦਾ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਘਰ ਟਿਕੇ ਨੇ। ਉਸੇ ਦੌਰਾਨ ਜੈ ਰਾਮ ਜੀ, ਜੋ ਰਾਏ ਬੁਲਾਰ ਕੋਲ ਮਾਲੀਆ ਟੈਕਸ ਲੈਣ ਵਾਸਤੇ ਆਉਂਦੇ ਸਨ ਸੁਲਤਾਨਪੁਰ ਤੋਂ, ਉਹਨਾਂ ਨੇ ਮਹਿਤਾ ਕਾਲੂ ਜੀ ਦੇ ਨਾਲ ਬੇਬੇ ਨਾਨਕੀ ਜੀ ਰਿਸ਼ਤੇ ਦੀ ਗੱਲ ਤੋਰੀ। ਰਿਸ਼ਤਾ ਪੱਕਾ ਹੋ ਗਿਆ, ਵਿਆਹ ਹੋ ਗਿਆ। ਹੁਣ ਬੇਬੇ ਨਾਨਕੀ ਜੀ ਵਿਆਹ ਕੇ ਸੁਲਤਾਨਪੁਰ ਪਹੁੰਚ ਗਏ। ਹੁਣ ਭੈਣ ਨਾਨਕੀ ਨੂੰ ਵੀ ਚਿੰਤਾ ਸੀ ਵੀ ਮੇਰੇ ਵੀਰ ਨੂੰ ਝਿੜਕਾਂ ਪੈਂਦੀਆਂ ਨੇ, ਪਿਤਾ ਗੁੱਸਾ ਹੁੰਦੇ ਨੇ। ਉਹਨਾਂ ਨੇ ਜੈ ਰਾਮ ਜੀ ਨਾਲ ਸਲਾਹ ਕਰਕੇ ਉੱਥੇ ਮੋਦੀ ਖਾਨੇ ਨੌਕਰੀ ਲੱਭੀ ਤੇ ਆਖਰ ਜੈ ਰਾਮ ਜੀ ਨੇ ਰਾਏ ਬੁਲਾਰ ਜੀ ਨੂੰ ਆਖਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਵਾਸਤੇ ਉੱਥੇ ਨੌਕਰੀ ਲੱਭੀ ਹੈ। ਤੇ ਦੌਲਤ ਰਾਏ ਨੇ ਮਹਿਤਾ ਕਾਲੂ ਜੀ ਦੇ ਨਾਲ ਗੱਲ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਾਮੀ ਭਰ ਦਿੱਤੀ। ਹੁਣ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ ਤੇ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿੱਚ ਮੋਦੀ ਦੀ ਨੌਕਰੀ ਉਹਨਾਂ ਨੇ ਕਰ ਲਈ। ਦੇਖੋ, ਪੂਰਨੇ ਪਾਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ, ਮੱਝਾਂ ਵੀ ਚਾਰੀਆਂ, ਨੌਕਰੀ ਵੀ ਕੀਤੀ। ਤੇ ਆਪਾਂ ਅੱਗੇ ਇਤਿਹਾਸ ਪੜਾਂਗੇ। ਅਖੀਰ ਵੇਲੇ ਕਰਤਾਰਪੁਰ ਨਗਰ ਵਸਾ ਕੇ ਖੇਤੀਬਾੜੀ ਵੀ ਕੀਤੀ। ਇਹ ਸਾਡੇ ਲਈ ਵੀ ਗੁਰੂ ਕਾ ਸਿੱਖ ਕਿਰਤੀ ਹੋਵੇ ਤੇ ਇਤਿਹਾਸ ਗਵਾਏ। ਪੂਰੇ ਸੰਸਾਰ ਵਿੱਚ ਘੁੰਮ ਕੇ ਵੇਖ ਲਵੋ, ਤੁਹਾਨੂੰ ਕੋਈ ਗੁਰਸਿੱਖ ਮੰਗਤਾ ਨਜ਼ਰ ਨਹੀਂ ਆਵੇਗਾ, ਭੀਖ ਮੰਗਦਾ ਨਜ਼ਰ ਨਹੀਂ ਆਵੇਗਾ। ਗੁਰਸਿੱਖ ਨੂੰ ਕਿਤੇ ਨਾ ਕਿਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਾਤਾ ਬਣਾਇਆ। ਗਰੀਬਾਂ ਲੋੜਵੰਦਾਂ ਦੀ ਗੁਰਸਿੱਖ ਮਦਦ ਕਰਦਾ ਤੁਹਾਨੂੰ ਨਜ਼ਰ ਆਵੇਗਾ। ਬੜੀਆਂ ਸੰਸਥਾਵਾਂ ਨੇ, ਹੁਣ ਪਿੱਛੇ ਕਰੋਨਾ ਲੰਘ ਕੇ ਗਿਆ, ਕਿੰਨੀ ਮਦਦ ਸਿੱਖ ਸੰਗਤਾਂ ਨੇ ਲੋੜਵੰਦਾਂ ਦੁਖੀਆਂ ਦੀ ਕੀਤੀ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਪੂਰਾ ਤੋਲਦੇ ਨੇ। ਹੁਣ ਸਿੱਖ ਸੰਗਤ ਸੁਲਤਾਨਪੁਰ ਬੜੀ ਪ੍ਰਸੰਨ ਹੈ, ਬੜੀ ਖੁਸ਼ੀ ਹੈ ਵੀ ਐਸਾ ਮੋਦੀ ਆਇਆ ਜੋ ਪੂਰਾ ਤੋਲਦਾ ਹੈ। ਹੁਣ ਸਾਧ ਸੰਗਤ ਜੀ ਵੀ ਅਰਜ਼ ਕਰਦੇ ਹਾਂ, ਸੁਲਤਾਨਪੁਰ ਉਸ ਵਕਤ ਵਿਦਿਆ ਦਾ ਸਭ ਤੋਂ ਸਰਵੋੱਚ ਉੱਚ ਕੇਂਦਰ ਸਨ।
ਕਿਉਂਕਿ ਇੱਥੇ ਔਰੰਗਜ਼ੇਬ ਨੇ ਵੀ ਇੱਥੇ ਤਾਮੀਲ ਪ੍ਰਾਪਤ ਕੀਤੀ 7 ਸਾਲ ਰਹਿ ਕੇ। ਜਹਾਂਗੀਰ ਸੁਲਤਾਨਪੁਰ ਪੜ੍ਹਿਆ, ਦਾਰਾ ਇੱਥੇ ਪੜ੍ਹਿਆ, ਬਹਾਦਰ ਸ਼ਾਹ ਨੇ ਇੱਥੇ ਵਿਦਿਆ ਪ੍ਰਾਪਤ ਕੀਤੀ। ਵੀ ਕਿੰਨਾ ਵੱਡਾ ਇਹ ਵਿਦਿਆ ਦਾ ਅਦਾਰਾ, ਵਿਦਿਆ ਦਾ ਕੇਂਦਰ ਸੁਲਤਾਨਪੁਰ ਸੀ। ਹੁਣ ਤੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਹਾਨੀ ਗਿਆਨ ਕਿੰਨਾ ਵਿਸ਼ਾਲ ਸੀ ਵੀ ਇਹ ਸਾਰੇ ਪ੍ਰਭਾਵਿਤ ਹੋਏ, ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣਾ ਰਹਿਬਰ ਕਬੂਲਿਆ। ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਪੂਰਾ ਤੋਲਦੇ ਨੇ। ਹੁਣ 13 ਕਰਕੇ ਤੋਲਦੇ ਨੇ। ਪ੍ਰਮਾਤਮਾ ਜੋ ਕੁਝ ਹੈ ਸਭ ਕੁਝ ਤੇਰਾ ਹੀ ਹੈ ਤੇ ਸਚਾਈ ਵੀ ਹੈ। ਗੁਰਬਾਣੀ ਵੀ ਆਖਦੀ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤੈਨੂੰ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨਿੱਕੀ ਖਟਾਨੀ। ਵੀ ਸਭ ਕੁਝ ਪ੍ਰਮਾਤਮਾ ਤੇਰਾ ਹੀ ਹੈ। ਆਖਰ ਦੇਖੋ ਉਸ ਵਕਤ ਵੀ ਦੁਖੀ ਸਨ, ਗੁਰੂ ਦੁਖੀ, ਜਿਨ੍ਹਾਂ ਨੇ ਜਾ ਕੇ ਨਵਾਬ ਕੋਲ ਸ਼ਿਕਾਇਤ ਕੀਤੀ ਵੀ ਗੁਰੂ ਨਾਨਕ ਨੇ ਤੇਰੇ ਮੋਦੀ ਖਾਨੇ ਨੂੰ ਲੁਟਾ ਦਿੱਤਾ ਹੈ, ਘਾਟਾ ਪਾ ਦਿੱਤਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਨੇਹਾ ਮਿਲਿਆ ਵੀ ਮੋਦੀ ਖਾਨੇ ਦਾ ਜਿਹੜਾ ਹਿਸਾਬ ਹੈ ਉਹ ਚੈੱਕ ਕੀਤਾ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਜੀ ਜੋ ਨਿਤ ਦਾ ਕਰਮ ਸੀ ਵੀ ਵੇਈ ਨਦੀ ਵਿੱਚ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਵੀ ਦੀਵਾਨ ਲਾਉਣਾ, ਸਿੱਖ ਸੰਗਤਾਂ ਨੂੰ ਰੂਹਾਨੀ ਗਿਆਨ ਦੇ ਨਾਲ ਨਿਹਾਲ ਕਰਨਾ, ਸ਼ਾਮਾਂ ਨੂੰ ਫਿਰ ਦੀਵਾਨ ਸੱਜਣੇ, ਸਿੱਖ ਸੰਗਤਾਂ ਨੇ ਆਉਣਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਰੂਹਾਨੀ ਗਿਆਨ ਉਹਨਾਂ ਨੂੰ ਬਖਸ਼ਣਾ। ਜੋ ਸਾਡੇ ਕੋਲੇ ਬਾਣੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਧੁਰ ਤੋਂ ਆਈ ਬਾਣੀ ਦਾ ਬੀਜ ਬੋਇਆ। ਗੁਰੂ ਨਾਨਕ ਪਾਤਸ਼ਾਹ ਇਤਿਹਾਸ ਵਿੱਚ ਜ਼ਿਕਰ ਹੁੰਦਾ ਵੀ ਇਸ਼ਨਾਨ ਕਰਨ ਵਾਸਤੇ ਗਏ ਵੇਈ ਨਦੀ ਵਿੱਚ 3 ਦਿਨ ਤੱਕ ਜਦੋਂ ਬਾਹਰ ਨਾ ਨਿਕਲੇ, ਦੋਖੀਆਂ ਨੇ ਇਹ ਅਫਵਾਹ ਫੈਲਾ ਦਿੱਤੀ ਵੀ ਗੁਰੂ ਨਾਨਕ ਡੁੱਬ ਗਿਆ। ਜਦੋਂ ਇਹ ਗੱਲ ਭੈਣ ਨਾਨਕੀ ਨੂੰ ਪਤਾ ਲੱਗੀ, ਭੈਣ ਨਾਨਕੀ ਨੇ ਸਹਿਜੇ ਆਖਿਆ ਵੀ ਮੇਰੇ ਵੀਰ ਨੂੰ ਕੋਈ ਨਦੀ ਡੁਬਾ ਨਹੀਂ ਸਕਦੀ, ਕਿਉਂਕਿ ਉਹ ਤਾਂ ਡੁੱਬਿਆਂ ਹੋਇਆਂ ਨੂੰ ਤਾਰਨ ਵਾਸਤੇ ਆਏ ਨੇ। ਉਹਨਾਂ ਨੇ ਡੁੱਬਿਆਂ ਹੋਇਆਂ ਨੂੰ ਤਾਰਨਾ ਹੈ। ਉਧਰ ਮੋਦੀ ਖਾਨੇ ਦਾ ਹਿਸਾਬ ਹੁੰਦਾ ਹੈ ਤੇ ਨਵਾਬ ਬੜਾ ਸ਼ਰਮਸਾਰ ਹੁੰਦਾ ਹੈ, ਕਿਉਂਕਿ ਹਿਸਾਬ ਵਿੱਚ ਮੁਨਾਫਾ ਮਿਲਦਾ ਹੈ, ਮੁਨਾਫਾ ਨਿਕਲਦਾ ਹੈ। ਜਿੱਥੇ ਘਾਟੇ ਕਰਕੇ ਹਿਸਾਬ ਕਿਤਾਬ ਕੀਤਾ ਗਿਆ ਸੀ ਵੀ ਮੋਦੀ ਖਾਨੇ ਨੂੰ ਘਾਟਾ ਪਾ ਦਿੱਤਾ ਹੈ, ਜਦੋਂ ਵੇਖਦਾ ਵੀ ਮੋਦੀ ਖਾਨਾ ਮੁਨਾਫੇ ਵਿੱਚ ਜਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਤੀਜੇ ਦਿਨ ਬਾਹਰ ਨਿਕਲੇ ਤੇ ਆ ਕੇ ਇਹ ਆਵਾਜ਼ ਬੁਲੰਦ ਕਰ ਦਿੱਤੀ, ਏਕ ਪਿਤਾ ਏਕ ਸਕੇ ਹਮ ਮੁਬਾਰਕ ਤੂੰ ਮੇਰਾ ਗੁਰਹਾਈ। ਕਹਿ ਦਿੱਤਾ ਵੀ ਅਸੀਂ ਸਭ ਉਸ ਪਰਮਾਤਮਾ ਦੇ ਬੱਚੇ ਹਾਂ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਵੀ ਸਭ ਪਰਮਾਤਮਾ ਦੇ ਅਸੀਂ ਬੱਚੇ ਹਾਂ, ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ। ਅਸੀਂ ਸਭ ਤੋਂ ਪਹਿਲਾਂ ਇਨਸਾਨ ਹਾਂ। ਚੰਗੇ ਕਰਮ ਕਰਨੇ ਚਾਹੀਦੇ ਨੇ ਵੀ ਜੇ ਚੰਗੇ ਕਰਮ, ਕਿਉਂਕਿ ਪੁੱਛਿਆ ਸੀ ਵੀ ਹਿੰਦੂ ਚੰਗਾ ਕਿ ਮੁਸਲਮਾਨ ਚੰਗੇ, ਕਹਿ ਦਿੱਤਾ ਸੀ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਜੇ ਦੋਨੋਂ ਹੀ ਚੰਗੇ ਕਰਮ ਨਹੀਂ ਕਰਦੇ, ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਦੋਨੋਂ ਸਜ਼ਾ ਦੇ ਅਧਿਕਾਰੀ ਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਹੈ ਵੀ ਭਾਈ ਜੇਕਰ ਤੂੰ ਹਿੰਦੂ ਹੈ ਤਾਂ ਸੱਚਾ ਹਿੰਦੂ ਬਣ, ਜੇ ਤੂੰ ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ। ਹੁਣ ਜਦੋਂ ਇਸ ਗੱਲ ਦਾ ਪਤਾ ਕਾਜ਼ੀਆਂ ਨੂੰ ਲੱਗਾ, ਜਾ ਕੇ ਨਵਾਬ ਦੇ ਕੰਨ ਭਰੇ ਵੀ ਜੋ ਸਦੀਆਂ ਤੋਂ 2 ਧਰਮ ਚੱਲਦੇ ਆ ਰਹੇ ਸਨ, ਗੁਰੂ ਨਾਨਕ ਨੇ ਦੋਨਾਂ ਧਰਮਾਂ ਨੂੰ ਖਤਮ ਕਰ ਦਿੱਤਾ ਹੈ। ਇੱਕ ਨਿਵੇਕਲਾ ਨਾਰਾ ਬੁਲੰਦ ਕੀਤਾ ਹੈ, ਨਾ ਕੋਈ ਹਿੰਦੂ ਹੈ ਤੇ ਨਾ ਮੁਸਲਮਾਨ। ਜੇ ਉਹੋ ਜਿਹੀ ਗੱਲ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਸੀਤ ਵਿੱਚ ਬੁਲਾਇਆ ਜਾਏ, ਉਹਨਾਂ ਨੂੰ ਆਖਿਆ ਜਾਏ ਸਾਡੇ ਨਾਲ ਆ ਕੇ ਨਮਾਜ਼ ਅਦਾ ਕਰਨ। ਉਹਨਾਂ ਨੂੰ ਪੂਰਾ ਯਕੀਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਇਨਕਾਰ ਕਰ ਦੇਣਗੇ ਨਮਾਜ਼ ਕਰਨ ਤੋਂ। ਪਰ ਗੁਰੂ ਨਾਨਕ ਪਾਤਸ਼ਾਹ ਪਹੁੰਚੇ, ਉਧਰ ਬਹੁਤ ਵੱਡੀ ਭੀੜ ਕਾਜ਼ੀਆਂ ਨੇ ਇਕੱਤਰ ਕੀਤੀ ਸੀ। ਹੁਣ ਜਦੋਂ ਨਮਾਜ਼ ਅਦਾ ਹੋਈ, ਗੁਰੂ ਨਾਨਕ ਪਾਤਸ਼ਾਹ ਮੁਸਕਰਾਏ, ਨਮਾਜ਼ ਅਦਾ ਨਾ ਕੀਤੀ। ਹੁਣ ਕਾਜ਼ੀ ਕਹਿੰਦਾ ਨਵਾਬ ਸਾਹਿਬ, ਗੁਰੂ ਨਾਨਕ ਨੇ ਸਾਡੀ ਧਰਮ ਦੀ ਤੋਹੀਨ ਕੀਤੀ ਹੈ, ਇੱਕ ਨਮਾਜ਼ ਅਦਾ ਨਹੀਂ ਕੀਤੀ। ਦੂਜਾ ਇਹ ਖੜ ਕੇ ਮੁਸਕਰਾਏ। ਨਵਾਬ ਨੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਤੁਸੀਂ ਆਖਦੇ ਹੋ ਨਾ ਕੋਈ ਹਿੰਦੂ ਨਾ ਮੁਸਲਮਾਨ, ਫਿਰ ਨਮਾਜ਼ ਕਿਉਂ ਨਹੀਂ ਅਦਾ ਕੀਤੀ? ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਭਾਈ ਇੱਥੇ ਕਿਸੇ ਨੇ ਨਮਾਜ਼ ਹੀ ਨਹੀਂ ਅਦਾ ਕੀਤੀ, ਮੈਂ ਕਿਹਦੇ ਨਾਲ ਨਮਾਜ਼ ਅਦਾ ਕਰਾਂ? ਹੁਣ ਕਾਜ਼ੀ ਆਖਦਾ ਇੱਕ ਹੋਰ ਵੱਡਾ ਝੂਠ
ਵੀ ਅਸੀਂ ਖੁਦ ਤੁਹਾਡੇ ਨਾਲ ਮੈਂ ਨਵਾਜ਼ ਅਦਾ ਕੀਤੀ, ਤੇ ਗੁਰੂ ਨਾਨਕ ਕਹਿੰਦੇ ਤੇ ਕਿਸੇ ਨੇ ਨਵਾਜ਼ੀ ਅਦਾ ਨਹੀਂ ਕੀਤੀ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ, ਨਵਾਬ ਪਹਿਲਾਂ ਤੇਰੇ ਬਾਰੇ ਦੱਸਾਂ ਜਾਂ ਤੇਰੇ ਕਾਜੀ ਬਾਰੇ ਦੱਸਾਂ? ਨਵਾਬ ਕਹਿੰਦਾ ਪਹਿਲਾਂ ਕਾਜੀ ਬਾਰੇ ਦੱਸੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਇਹਦੇ ਘਰ ਘੋੜੀ ਸੂਈ ਹੈ, ਇਹ ਘੋੜੀ ਦਾ ਵਛੇਰਾ ਖੁੱਲਾ ਛੱਡ ਕੇ ਆ ਗਿਆ, ਬੰਨ ਕੇ ਨਹੀਂ ਆਇਆ। ਇਹਨੂੰ ਇਹੀ ਚਿੰਤਾ ਸੀ, ਇਹਦਾ ਮਨ ਤਾਂ ਘਰ ਸੀ, ਕਿਤੇ ਵਛੇਰਾ ਘਰ ਵਿੱਚ ਜਿਹੜਾ ਖੂਹ ਹੈ ਉਹ ਤੇ ਡਿੱਗ ਕੇ ਨਾ ਮਰ ਜਾਏ। ਕਾਜੀ ਬੜਾ ਸ਼ਰਮਸਾਰ ਹੋਇਆ। ਹੁਣ ਕਹਿੰਦੇ, ਨਵਾਬ ਤੇਰਾ ਮਨ ਵੀ ਇੱਥੇ ਨਹੀਂ ਸੀ, ਤੂੰ ਵੀ ਲਾਹੌਰ ਕਾਬਲੀ ਘੋੜੇ ਖਰੀਦਣ ਵਾਸਤੇ ਗਿਆ ਹੋਇਆ ਸੀ, ਤੇ ਮੈਂ ਨਵਾਜ਼ ਕਿਹਦੇ ਨਾਲ ਅਦਾ ਕਰਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਹਿਮਾਂ ਭਰਮਾਂ ਤੋਂ ਮੁਕਤ ਕਰਕੇ ਸਾਨੂੰ ਦੱਸਿਆ ਵੀ ਪਰਮਾਤਮਾ ਦੀ ਜਿਹੜੀ ਇਬਾਦਤ ਹੈ, ਬੰਦਗੀ ਹੈ, ਇੱਕ ਮਨ ਇੱਕ ਚਿੱਤ ਹੋ ਕੇ ਕਰਨੀ ਹੈ। ਸਾਡਾ ਧਿਆਨ, ਸਾਡਾ ਮਨ ਇਕਾਗਰ ਹੋਣਾ ਚਾਹੀਦਾ ਜਦੋਂ ਅਸੀਂ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਸੁਣੀਏ। ਦੇਖੋ, ਉਸ ਵਕਤ ਜੋ ਵਹਿਮ ਭਰਮ ਸਨ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਕਰਮ ਕਾਂਡ ਹੋ ਰਹੇ ਸਨ, ਭਾਵੇਂ ਹਰਿਦੁਆਰ ਦੀ ਧਰਤੀ ਹੋਵੇ, ਬਨਾਰਸ ਹੋਵੇ, ਗਿਆ ਦੀ ਧਰਤੀ ਤੇ ਹੋਵੇ, ਗੁਰੂ ਨਾਨਕ ਪਾਤਸ਼ਾਹ ਚੀਨ, ਭੂਟਾਲ, ਨੇਪਾਲ, ਬਗਦਾਦ, ਸੰਗਲਾਦੀਪ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੀਨ ਤੱਕ ਪੈਦਲ ਸਫ਼ਰ ਤੈਅ ਕੀਤਾ। ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦਾ ਜਿਹੜਾ ਢੰਗ ਸੀ ਉਹ ਵੀ ਨਿਵਕਲਾ ਸੀ। ਵੱਡੇ ਵੱਡੇ ਮੇਲਿਆਂ ਤੇ ਜਾਣਾ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਤਰ ਹੁੰਦੇ ਸਨ, ਜਿੱਥੇ ਇੱਕੋ ਵਾਰ ਹਜ਼ਾਰਾਂ ਲੋਕਾਂ ਨੂੰ ਇਕੱਠਾ ਉਪਦੇਸ਼ ਦਿੱਤਾ ਜਾ ਸਕਦਾ ਸੀ, ਉੱਥੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ। ਆਪਣੇ ਜੀਵਨ ਵਿੱਚ 4 ਉਦਾਸੀਆਂ ਕੀਤੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ, ਤੇ ਰੂਹਾਨੀਅਤ ਦਾ ਗਿਆਨ ਵੰਡਿਆ। ਵਹਿਮਾਂ ਕਰਮ ਕਾਂਡਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ। ਜੋ ਪੰਡਤ ਉਸ ਵਕਤ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਰਹੇ ਸਨ, ਉਹਨਾਂ ਨੂੰ ਵੀ ਤਾੜਨਾ ਕੀਤੀ। ਸਿੱਧਾਂ ਦੇ ਨਾਲ ਗੋਸ਼ਟ ਕੀਤੀ। ਸੁਮੇਰ ਪਰਬਤ ਤੇ ਜਾ ਕੇ ਸਿੱਧਾਂ ਨੇ ਪੁੱਛਿਆ ਸੀ ਵੀ ਤੁਹਾਨੂੰ ਕਿਹੜੀ ਤਾਕਤ ਇੱਥੇ ਲੈ ਕੇ ਆਈ ਹੈ? ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ, ਪਰਮਾਤਮਾ ਦਾ ਨਾਮ ਹੀ ਮੇਰੀ ਤਾਕਤ ਹੈ। ਨਾਮ ਜਪ ਕੇ ਮੈਂ ਇੱਥੇ ਤੱਕ ਪਹੁੰਚਿਆ। ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਫਿਟਕਾਰ ਪਾਈ ਕਿ ਤੁਹਾਡੇ ਕੋਲੇ ਗਿਆਨ ਹੈ, ਤੁਸੀਂ ਸੰਸਾਰ ਤੇ ਰਹਿ ਕੇ ਰੂਹਾਨੀਅਤ ਦਾ ਗਿਆਨ ਵੰਡਦੇ, ਪਰ ਤੁਸੀਂ ਤੇ ਪਹਾੜਾਂ ਤੇ ਚੜ੍ਹ ਕੇ ਬਹਿ ਗਏ ਹੋ, ਸੰਸਾਰ ਦਾ ਤਿਆਗ ਕਰਕੇ, ਪਰਿਵਾਰ ਦਾ ਤਿਆਗ ਕਰਕੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਵੀ ਪਰਿਵਾਰ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿੰਦੇ ਆ, ਕੰਮਕਾਰ ਕਰਦਿਆਂ ਤੂੰ ਪਰਮਾਤਮਾ ਦੀ ਇਬਾਦਤ ਕਰਨੀ ਹੈ, ਬੰਦਗੀ ਕਰਨੀ ਹੈ। ਤੈਨੂੰ ਕੰਮਕਾਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ, ਸੰਸਾਰ ਛੱਡਣ ਦੀ ਲੋੜ ਨਹੀਂ। ਤੂੰ ਕੰਮਕਾਰ ਕਰ, ਪਰ ਜਿਹੜਾ ਤੇਰਾ ਮਨ ਹੈ, ਤੇਰਾ ਚਿੱਤ ਹੈ, ਉਹ ਪਰਮਾਤਮਾ ਦੇ ਨਾਲ ਜੁੜਿਆ ਹੋਣਾ ਚਾਹੀਦਾ। ਜਦੋਂ ਤੂੰ ਬੰਦਗੀ ਕਰੇ, ਕੰਮਕਾਰ ਕਰਦਿਆਂ ਤੂੰ ਬੰਦਗੀ ਕਰ, ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੇ ਵਾਲੀ ਤੇਰੀ ਅਵਸਥਾ ਹੋਣੀ ਚਾਹੀਦੀ ਹੈ। ਭਾਈ, ਤੂੰ ਪਰਮਾਤਮਾ ਦੀ ਇਬਾਦਤ ਕਰ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਤਾ ਲੱਗਾ, ਭਾਵੇਂ ਕੋਡਾ ਰਾਖਸ਼ ਹੋਵੇ, ਭੂਮੀਆਂ ਚੋਰ ਹੋਵੇ, ਸੱਜਣ ਠੱਗ ਹੈ, ਮਲਕ ਭਾਗੋ ਹੈ, ਜਿੱਥੇ ਜਿੱਥੇ ਵੀ ਪਤਾ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ, ਉਹਨਾਂ ਨੂੰ ਸੱਚ ਦਾ ਉਪਦੇਸ਼, ਰੂਹਾਨੀਅਤ ਦਾ ਗਿਆਨ ਬਖਸ਼ਿਆ। ਦੇਖੋ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਕੋ ਕਾਲ ਦੌਰਾਨ ਕਹਿ ਸਕਦੇ ਪੂਰਨ ਤੌਰ ਤੇ ਵਹਿਮਾਂ ਭਰਮਾਂ ਨੂੰ ਖਤਮ ਕਰ ਦਿੱਤਾ ਸੀ, ਕੇਵਲ ਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ। ਸੋ ਸਾਡੇ ਵੱਡੇ ਭਾਗ ਹਨ, ਸਾਨੂੰ ਗੁਰੂ ਨਾਨਕ ਦੇ ਸਿੱਖ ਹੋਣ ਦਾ ਮਾਣ ਪ੍ਰਾਪਤ ਹੈ। ਸਾਡੇ ਵੱਡੇ ਭਾਗ ਹਨ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜਿਸ ਨੇ ਵੀ ਸੁਣੀ, ਉਹਦਾ ਮਨ ਬਦਲਿਆ, ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ। ਸੱਜਣ ਠੱਗ ਨੇ ਇੱਕੋ ਸ਼ਬਦ ਸੁਣਿਆ, ਉਹ ਸੱਜਣ ਠੱਗ ਤੋਂ ਸੱਜਣ ਸੰਤ ਬਣ ਗਿਆ। ਭੂਮੀਆਂ ਚੋਰ ਭੂਮੀਆਂ ਸੰਤ ਬਣ ਗਿਆ। ਤੇ ਮਲਕ ਭਾਗੋ ਜੋ ਪਾਪ ਦੀ ਕਮਾਈ ਕਰਦਾ ਸੀ, ਉਹ ਨੇਕ ਦੀ ਕਮਾਈ ਕਰਨ ਲਾ ਦਿੱਤਾ, ਉਹਨੂੰ ਮਲਕ ਸੰਤ ਬਣਾ ਦਿੱਤਾ। ਸੋ ਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਿਰਦਿਆਂ ਤੇ ਚੋਟ ਕੀਤੀ ਤੇ ਹਿਰਦਿਆਂ ਨੂੰ ਤਬਦੀਲ ਕੀਤਾ। ਥਾਂ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾ ਕੇ ਜੋ ਰੂਹਾਨੀਅਤ ਦਾ, ਸੱਚ ਦਾ, ਗਿਆਨ ਦਾ ਜੋ ਛਿੱਟਾ ਮਾਰਿਆ, ਤੇ ਉਹਦਾ ਹੀ ਉਹੀ ਬੀਜ ਫਲੀ ਭੂਤ ਹੋਇਆ। ਅੱਗੇ ਸਾਡੇ 10 ਗੁਰੂ ਸਾਹਿਬਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਉਪਦੇਸ਼ ਨੂੰ ਪ੍ਰਚਾਰਿਆ, ਪ੍ਰਸਾਰਿਆ।
ਦੇਖੋ ਅੱਜ ਜੋ ਗੁਰੂ ਘਰਾਂ ਵਿੱਚ ਲੰਗਰ ਚੱਲ ਰਹੇ ਨੇ, ਜੋ ਸਿੱਖ ਸੰਗਤਾਂ ਸੇਵਾ ਕਰਦੀਆਂ ਨੇ, ਭਜਨ ਬੰਦਗੀ ਕਰਦੀਆਂ ਨੇ, ਇਹ ਸੱਚ ਦਾ ਮਾਰਗ, ਇਹ ਸੱਚ ਦੇ ਰਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਰਸਾਈ ਨੇ। ਤੇ ਜੇ ਆਪਾਂ ਦਿਨ ਮਨਾਇਆ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੀ ਆਪਾਂ ਇਹ ਅੱਜ ਦਿਨ ਆਪਾਂ ਮਨਾ ਰਹੇ ਹਾਂ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ, ਜਿੱਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਨ ਸੋਹਾ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਹੋਆ, ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਚਰਨ ਪਏ ਉਹ ਥਾਂ ਪੂਜਣ ਯੋਗ ਹੋ ਗਈ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰੇ ਸਤਿਗੁਰ ਬੈਠਾ ਹੈ। ਹੋਰ ਬਚਨ ਆਪਾਂ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ, ਰਾਮ ਰਾਜੇ ਇੰਨਾ ਪ੍ਰਚਾਰ ਕੀਤਾ, ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ। ਘਰ ਘਰ ਵਿਖੇ ਧਰਮਸਾਲਾ ਹੋਈਆਂ ਅਤੇ ਕੀਰਤਨ ਹੋਣ ਲੱਗਾ, ਮਾਨੋ ਹਰੇਕ ਘਰ ਗੁਰੂ ਘਰ ਬਣ ਗਿਆ ਹੋਵੇ। ਇੰਨਾ ਪ੍ਰਚਾਰ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ। ਸੋ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਚਰਨਾਂ ਵਿੱਚ ਇਹ ਅਰਦਾਸ ਕਰਨੀ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਦੀ ਰੂਹਾਨੀਅਤ ਦਾ ਉਪਦੇਸ਼ ਹੈ, ਰੂਹਾਨੀਅਤ ਦਾ ਗਿਆਨ, ਜੋ ਸੱਚ ਦਾ ਮਾਰਗ ਉਹਨਾਂ ਨੇ ਸੰਸਾਰ ਨੂੰ ਦੱਸਿਆ, ਅਸੀਂ ਵੀ ਉਸ ਮਾਰਗ ਤੇ ਚੱਲ ਸਕੀਏ। ਵੀ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ, ਸਾਨੂੰ ਵੀ ਵਹਿਮਾਂ ਭਰਮਾਂ ਤੋਂ ਮੁਕਤ ਕਰਕੇ ਪਰਮੇਸ਼ਰ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਸਾਨੂੰ ਤਾਕਤ ਬਖਸ਼ਿਸ਼ ਕਰਨ। ਸੋ ਇੱਕ ਵਾਰ ਫੇਰ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਦਾਤਾਂ ਬਖਸ਼ ਕੇ ਨਵਾਜਣ, ਪਰਿਵਾਰਾਂ ਸੁੱਖ ਵਰਤਾਉਣ, ਕਸ਼ਟਾਂ ਦੁੱਖਾਂ ਦਾ ਨਾਸ਼ ਕਰਨ, ਸੁੱਖਾਂ ਦਾ ਪ੍ਰਕਾਸ਼ ਕਰਨ, ਚੜ੍ਹਦੀ ਕਲਾ ਦਾਤਾਂ ਬਖਸ਼ ਕੇ ਨਵਾਜਣ। ਇਹ ਆਪਾਂ ਅਰਦਾਸ ਕਰਨੀ ਹੈ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।